ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਸਹਜੈ ਨੋ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਪੜ ਪੜ ਪੰਡਤ ਜੋਤ ਕੀ, ਥਕੇ ਭੇਖੀ ਭਰਮ ਭੁਲਾਏ। ਪੜ ਪੜ ਪੰਡਤ ਜੋਤ ਕੀ, ਥਕੇ ਭੇਖੀ ਭਰਮ ਭੁਲਾਏ। ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜ਼ਾਏ। ਭਾਈ ਰੇ ਗੁਰ ਬਿਨ ਸਹਿਜ ਨ ਹੋਏ, ਸ਼ਬਦੈ ਹੀ ਤੇ ਸਹਿਜ ਉਪਜੈ। ਹਰ ਪਾਇਆ ਸਚ ਸੋਏ ਰਹਾਉ, ਸਹਿਜੇ ਗਾਵਿਆ ਥਾਏ ਪਵੈ। ਬਿਨ ਸਹਿਜੈ ਕਥਨੀ ਬਾਦ, ਸਹਿਜੇ ਹੀ ਭਗਤ ਉਪਜੈ। ਸਹਿਜ ਪਿਆਰ ਬੈਰਾਗ, ਸਹਿਜੈ ਹੀ ਤੈ ਸੁਖ ਸ਼ਾਂਤ ਹੋਏ। ਬਿਨ ਸਹਿਜੈ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ। ਸਹਿਜ ਸਮਾਦ ਲਗਾਏ, ਸਹਿਜੇ ਹੀ ਗੁਣ ਉਚਰੈ। ਭਗਤ ਕਰੇ ਲਿਵ ਲਾਏ, ਸ਼ਬਦੇ ਹੀ ਹਰ ਮਨ ਵਸੈ। ਰਸਨਾ ਹਰ ਰਸ ਖਾਏ, ਸਹਿਜੇ ਕਾਲ ਵਿਡਾਰਿਆ। ਸਚ ਸ਼ਰਣਾਈ ਪਾਏ, ਸਹਿਜੇ ਹਰ ਨਾਮ ਮਨ ਵਸਿਆ। ਸੱਚੀ ਕਾਰ ਕਮਾਏ, ਸੇ ਵਡਭਾਗੀ ਜਿਨੀ ਪਾਇਆ। ਸਹਿਜੇ ਰਹੇ ਸਮਾਏ, ਮਾਇਆ ਵਿੱਚ ਸਹਿਜ ਨ ਉਪਜੈ। ਮਾਇਆ ਦੂਜੈ ਭਾਏ, ਮਨ ਮੁਖ ਕਰਮ ਕਮਾਵਣੇ। ਹਉਮੈ ਜਲੈ ਜਲਾਏ, ਜੰਮਣ ਮਰਨ ਨ ਚੁਕਈ। ਫਿਰ ਫਿਰ ਆਵੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ, ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਵੱਲੋਂ ਤੇ Facebook ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਗੁਰਬਾਣੀ ਵਿਚਾਰ ਲੈ ਕੇ ਨਿਰੰਤਰ ਹਾਜ਼ਰ ਹੋ ਰਹੇ ਹਾਂ, ਜਿਸ ਵਿੱਚ ਸ਼੍ਰੀ ਰਾਗ ਦੇ ਹੁਣ ਤੱਕ ਅਸ਼ਟਪਦੀਆਂ ਦੀ ਵਿਚਾਰ ਦੇ ਵਿੱਚੋਂ 22 ਨੰਬਰ ਸ਼ਬਦ ਤੱਕ ਕੱਲ ਤੱਕ ਵਿਚਾਰ ਕਰ ਚੁੱਕੇ ਹਾਂ। ਅੱਜ ਦਾ ਸ਼ਬਦ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 68 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਨੇ ਤੇ ਸ਼ਬਦ ਦੇ ਕੁੱਲ 10 ਬੰਦ ਨੇ। ਆਪ ਵੀਰਾਂ ਭੈਣਾਂ ਦੀ ਅਸੀਸ ਦੇ ਨਾਲ ਗਲੋਬਲ ਗੁਰਬਾਣੀ ਵਿਚਾਰ ਦੇ ਤਮਾਮ ਮੈਂਬਰਾਂ ਦੀ ਜੋ ਪਰਿਵਾਰ ਦੇ ਵਿੱਚ ਸ਼ਾਮਲ ਨੇ, ਉਹਨਾਂ ਸਾਰਿਆਂ ਦੀਆਂ ਅਸੀਸ ਦੀ ਬਦੌਲਤ ਹੀ ਇਹ ਸੇਵਾਵਾਂ ਆਪ ਜੀ ਕੇ ਸਨਮੁਖ ਲੈ ਕੇ ਹਾਜ਼ਰ ਹੋ ਰਹੇ ਹਾਂ। ਕਿਉਂਕਿ ਆਪ ਗੁਰੂ ਕੀ ਸੰਗਤ ਦਾ ਪਿਆਰ, ਸਤਿਗੁਰੂ ਕੀ ਸੰਗਤ ਦੀਆਂ ਅਸੀਸਾਂ ਜਦੋਂ ਮਿਲਦੀਆਂ ਨੇ ਤੇ ਜੀ ਕਰਦਾ ਹੈ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਸਿੱਖਣ ਦੀ, ਕਿਉਂਕਿ ਗੁਰਬਾਣੀ ਸਿੱਖਣ ਦਾ ਵਿਸ਼ਾ ਹੈ। ਤਾਂ ਹੀ ਅਸੀਂ ਸਿੱਖ ਬਣਾਂਗੇ ਨਾ, ਜੇ ਸਤਿਗੁਰ ਦੀ ਮੱਤ ਤੋਂ ਸਿੱਖਿਆ ਲਵਾਂਗੇ, ਗੁਰਬਾਣੀ ਨੂੰ ਸਿੱਖਾਂਗੇ। ਜੇ ਅਸੀਂ ਕੇਵਲ ਪੜ੍ਹਦੇ ਹੀ ਰਹੇ, ਇਹ 'ਚੋਂ ਸਿੱਖਿਆ ਹੀ ਕੁਝ ਨਹੀਂ, ਫਿਰ ਤੇ ਸਾਡਾ ਜੀਵਨ ਜਿੱਥੇ ਖਲੋਤਾ ਹੈ ਉੱਥੇ ਖਲੋਤਾ ਹੀ ਰਹੇਗਾ। ਤੋ ਇਸੇ ਕਰਕੇ ਕੋਸ਼ਿਸ਼ ਇਹੀ ਹੈ
ਕਿ ਵੱਧ ਤੋਂ ਵੱਧ ਸਿੱਖਿਆਰਥੀ ਬਣ ਕੇ ਗੁਰਬਾਣੀ ਨੂੰ ਸਿੱਖੀ ਤੇ ਰਲ ਮਿਲ ਕੇ ਆਪਣੇ ਜੀਵਨ ਦੇ ਵਿੱਚ ਸਤਿਗੁਰ ਦੇ ਦੱਸੇ ਹੋਏ ਗੁਣਾਂ ਦਾ ਪ੍ਰਗਾਸ ਕਰੀਏ ਤੇ ਅਵਗੁਣਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਮਿਟਾਈਏ। ਸੁਣ ਕੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਵਾਲੇ ਰਸਤੇ ਤੇ ਚੱਲੀਏ। ਸੋ ਇਹੀ ਯਤਨ ਹੈ। ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਤੋਂ, ਕਿਉਂਕਿ ਸ਼ਬਦ ਬਹੁਤ ਲੰਬੇ ਨੇ, 8-8 ਪਦਿਆਂ ਦੇ ਸ਼ਬਦ ਨੇ, 10-10 ਪਦਿਆਂ ਦੇ ਸ਼ਬਦ ਨੇ। ਫਿਰ ਇਹ ਵਿਚਾਰ ਕੀਤੀ ਗਈ ਹੈ ਕਿ 5-5 ਬੰਦਾਂ ਦੇ ਵਿੱਚ ਸ਼ਬਦ ਵੰਡ ਕੇ 2 ਦਿਨਾਂ ਦੇ ਵਿੱਚ ਇੱਕ ਸ਼ਬਦ ਦੀ ਵਿਚਾਰ ਆਪਾਂ ਸਮਾਪਤ ਕਰਾਂਗੇ। ਜਿਵੇਂ ਅੱਜ ਦਾ ਸ਼ਬਦ 10 ਬੰਦਾਂ ਦਾ ਹੈ, ਆਪਾਂ ਉਹਦੇ ਪਹਿਲੇ 5 ਬੰਦ ਵਿਚਾਰਾਂਗੇ ਅੱਜ। ਕੱਲ ਨੂੰ ਫਿਰ ਬਾਕੀ ਰਹਿੰਦੇ 5 ਬੰਦਾਂ ਦੀ ਵਿਚਾਰ ਕਰਾਂਗੇ, ਤਾਂ ਕਿ ਮੈਨੂੰ ਵੀ ਗੱਲ ਕਥਾ ਦਾ ਆਨੰਦ ਆਵੇ। ਕਿਉਂਕਿ ਜਦੋਂ ਕਥਾ ਦੇ ਵਿੱਚ ਬਹੁਤ ਬਰੀਕੀਆਂ ਰਹਿ ਜਾਂਦੀਆਂ ਜਿਹੜੀਆਂ ਆਪ ਤੱਕ ਪਹੁੰਚਾਉਣੀਆਂ ਚਾਹੁੰਦਾ। ਸੋ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਸਿੱਖੀਏ, ਗੁਰਬਾਣੀ ਨੂੰ ਸਿੱਖਣ ਦਾ ਯਤਨ ਕਰੀਏ, ਤਾਂ ਕਿ ਅਸੀਂ ਗੁਰਮਤਿ ਦੇ ਰਸਤੇ ਤੇ ਚੱਲ ਸਕੀਏ। ਸੋ ਅੱਜ ਦੇ ਪਾਵਨ ਸ਼ਬਦ ਦਾ ਜਿਹੜਾ ਰਹਾਉ ਦਾ ਬੰਦ ਹੈ, ਇਹਦੇ ਵਿੱਚ ਸਾਹਿਬ ਕਹਿੰਦੇ, ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜ਼ਾਏ। ਰਹਾਉ ਦਾ ਬੰਦ ਹੈ, ਭਾਈ ਰੇ ਗੁਰਬਿਨ ਸਹਿਜ ਨਾ ਹੋਏ। ਹੁਣ ਸਭ ਤੋਂ ਪਹਿਲਾਂ ਸਹਿਜ ਦੀ ਪਰਿਭਾਸ਼ਾ ਪਤਾ ਹੋਣੀ ਚਾਹੀਦੀ ਹੈ ਕਿ ਕੀ ਸਹਿਜ ਆ, ਕਿਹਨੂੰ ਗੁਰੂ ਜੀ ਸਹਿਜ ਕਹਿੰਦੇ ਨੇ। ਸਹਿਜ ਦਾ ਅਵਸਥਾ ਆਤਮਿਕ ਅਡੋਲਤਾ, ਜਿਹਦੇ ਵਿੱਚ ਕੋਈ ਦੁਨੀਆ ਦੀ ਤਾਕਤ ਡਲਾ ਨਾ ਸਕੇ, ਭਾਵੇਂ ਉਹ ਲਾਲਚ ਹੋਣ, ਭਾਵੇਂ ਉਹ ਲੋਭ ਹੋਵੇ, ਭਾਵੇਂ ਉਹ ਸਰਮਾਇਆ ਹੋਵੇ, ਭਾਵੇਂ ਉਹ ਡਰ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਹਿਜ ਦੀ ਜਿਹੜੀ ਪਰਿਭਾਸ਼ਾ ਹੈ, ਖਿਮਾ ਕਰਨਾ, ਉਹ ਆਪਣੇ ਸ਼ਬਦਾਂ ਦੇ ਵਿੱਚ ਦਿੱਤੀ ਹੈ। ਕਿਉਂਕਿ ਜਿੰਨਾ ਸਹਿਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਕਾਲ 'ਚ ਵਿਖਾਇਆ ਹੈ, ਜਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਦਿਖਾਇਆ ਹੈ, ਬਹੁਤ ਕਮਾਲ ਦੀ ਸਹਿਜ ਦੀ ਉਦਾਹਰਨ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ। ਤੇ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਉਸ ਸਹਿਜ ਦੀ ਪਰਿਭਾਸ਼ਾ ਨੂੰ ਮੁਲਾਂਕਣ ਕੀਤਾ ਹੈ ਬੜੇ ਪਿਆਰੇ ਤਰੀਕੇ ਦੇ ਨਾਲ। ਜਦੋਂ ਉਹ ਕਹਿੰਦੇ ਨੇ, ਸਹਿਜ ਨੂੰ ਪਰਿਭਾਸ਼ਿਤ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਸਹਿਜ ਦੀ ਪਰਿਭਾਸ਼ਾ ਕੀ ਹੈ ਕਿ ਦੁੱਖਾਂ ਦੇ ਵਿੱਚ ਵੀ ਜੋ ਦੁੱਖ ਨੂੰ ਸਵੀਕਾਰ ਨਾ ਕਰੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਕਿੰਨਾ ਦੁੱਖ ਆ ਗਿਆ, ਕਿੰਨੇ ਵੀ ਦੁੱਖਾਂ ਦੇ ਝੱਖੜ ਝੂਲ ਆਏ ਨੇ, ਪਰ ਉਹਦੇ ਕੋਲ ਇੰਨਾ ਸਟੈਮਿਨਾ ਹੈ ਗੁਰੂ ਦੇ ਸਿੱਖ ਦੇ ਕੋਲ, ਉਹ ਉਸ ਦੁੱਖ ਦੇ ਵਿੱਚ ਵੀ ਨਹੀਂ ਡੋਲਦਾ, ਉਹ ਦੁੱਖ ਦੇ ਵਿੱਚ ਵੀ ਅਡੋਲ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਇਹ ਨਹੀਂ ਕਿ ਦੁੱਖ ਆ ਗਿਆ ਤੇ ਧਾਹਾਂ ਮਾਰ ਮਾਰ ਕੇ ਰੋ ਰਿਹਾ ਹੈ, ਦੁੱਖ ਆ ਗਿਆ ਹੈ ਤੇ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾ ਕੇ ਭਟਕ ਰਿਹਾ ਹੈ। ਗੁਰੂ ਦੇ ਸਿੱਖ ਦਾ ਸੁਭਾਅ ਹੈ ਵੀ ਦੁੱਖ ਦੇ ਵਿੱਚ ਵੀ ਪੂਰਨ ਵਿਸ਼ਵਾਸ ਤੇ ਭਰੋਸਾ ਮੇਰੇ ਗੁਰੂ ਤੇ ਹੈ, ਮੈਂ ਸਤਿਗੁਰੂ ਦਾ ਦਰ ਨਹੀਂ ਛੱਡਣਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ। ਉਹਨੂੰ ਸੁੱਖਾਂ ਦੇ ਲਾਲਚ, ਸਨੇਹ ਦਾ ਅਰਥ ਹੈ ਮੋਹ। ਸੁੱਖ ਸਨੇ, ਉਹਨੂੰ ਦੁਨੀਆ ਦੀ ਨਾ ਕੋਈ ਸੁੱਖ ਡਲਾ ਸਕਦੇ ਨੇ, ਨਾ ਉਹਨੂੰ ਕੋਈ ਮੋਹ ਦੀ ਤਾਸੀਰ ਡੁਲਾ ਸਕਦੀ ਹੈ। ਇਹ ਤੋਂ ਵੱਡਾ ਕੀ ਹੋਊਗਾ ਮੋਹ, ਕਿ ਪੁੱਤਰ ਤੋਂ ਵੱਡਾ ਮੋਹ ਕੀ ਹੁੰਦਾ ਹੈ। ਸਤਿਗੁਰੂ ਜੀ ਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਲਖਤੇ ਜ਼ਿਕਰ ਵਾਰੇ ਨੇ, ਤੇ ਫਿਰ ਜਕਾਰੇ ਛੱਡੇ ਨੇ ਕਿ ਹੇ ਪ੍ਰਮਾਤਮਾ ਜੀ, ਮੈਂ ਆਪਣੇ ਬੱਚੇ ਤੇਰੀ ਝੋਲੀ ਵਿੱਚ ਪਾ ਰਿਹਾ, ਤੇਰੇ ਖਜ਼ਾਨੇ ਵਿੱਚ ਪਾ ਰਿਹਾ, ਤੇਰੀਆਂ ਦਿੱਤੀਆਂ ਦਾਤਾਂ ਤੈਨੂੰ ਮੋੜ ਰਿਹਾ। ਤੇ ਮੈਨੂੰ ਇਸ ਗੱਲ ਦਾ ਫਕਰ ਆ ਕਿ ਮੇਰੇ ਬੱਚਿਆਂ ਨੇ ਗੁਰਮਤਿ ਸਿਧਾਂਤ ਉੱਤੇ ਪਹਿਰਾ ਦਿੰਦਿਆਂ ਮਾਨਵਤਾ ਦੇ ਭਲੇ ਵਾਸਤੇ, ਇੱਕ ਮਨੁੱਖਤਾ ਨੂੰ ਹੱਕ ਦਿਵਾਉਣ ਵਾਸਤੇ, ਸੱਚ ਦੇ ਰਸਤੇ ਤੇ ਚੱਲਦਿਆਂ ਹੋਇਆਂ ਕੁਰਬਾਨੀ ਦਿੱਤੀ ਹੈ, ਸ਼ਹਾਦਤ ਦਿੱਤੀ ਹੈ। ਇਹ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਬਚਨ ਸਨ। ਇਹਨੂੰ ਕਹਿੰਦੇ ਸਨੇਹ। ਸਾਡੀ ਜ਼ਿੰਦਗੀ ਵਿੱਚ ਪੁੱਤਰ ਮੋਹ ਹੈ, ਸਾਡੀ ਜ਼ਿੰਦਗੀ ਵਿੱਚ ਬੜੇ ਮੋਹ ਹੈ। ਅਸੀਂ ਬੜੀ ਜਗ੍ਹਾ ਹਾਰਦੇ ਹਾਂ, ਜੇ ਕਿਤੇ ਅਸੀਂ ਧਨ ਤੋਂ ਜਿੱਤਦੇ ਹਾਂ ਤੇ ਪੁੱਤਰ ਮੋਹ ਵਿੱਚ ਹਾਰ ਜਾਂਦੇ ਹਾਂ। ਬਹੁਤ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਨਜ਼ਰ ਆਉਂਦਾ ਹੁੰਦਾ। ਕਈ ਵਾਰੀ ਸਾਡਾ ਪੁੱਤ ਗਲਤ ਕਰ ਰਿਹਾ ਹੈ, ਸਾਡਾ ਪੁੱਤ ਸਾਡੀ ਧੀ ਬੱਚੀ ਨੂੰ ਨੂੰਹ ਨੂੰ ਅਤਿਆਚਾਰ ਕਰ ਰਿਹਾ ਹੈ, ਨੂੰਹ ਦੇ ਉੱਪਰ ਜ਼ੁਲਮ ਕਰ ਰਿਹਾ ਹੈ, ਪਰ ਅਸੀਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੁੰਦੀ, ਅਸੀਂ ਸੱਚ ਨਾਲ ਖੜਦੇ ਨਹੀਂ ਹਾਂ। ਬੜਾ ਪੁੱਤਰ ਮੋਹ ਹੈ। ਸੁੱਖ ਸਨੇ, ਜਿਹਦੇ ਜੀਵਨ ਵਿੱਚ ਨਾ ਸੁੱਖ ਡਲਾ ਸਕਣ, ਨਾ ਮੋਹ ਦੀ ਪੀੜਾ ਡਲਾ ਸਕੇ। ਅਰ ਭੈ ਨਹੀਂ ਜਾਂਕੇ। ਦੂਜੀ ਗੱਲ, ਡਰ ਵੀ ਕੋਈ ਨਹੀਂ।
ਕੋਈ ਦੁਨੀਆ ਦਾ ਡਰ ਨਹੀਂ, ਕੋਈ ਦੁਨੀਆ ਦੇ ਕਿਸੇ ਵੱਡੇ ਤੋਂ ਵੱਡੇ ਰਾਜੇ ਦਾ ਡਰ ਨਹੀਂ। ਭੈ ਨਹੀਂ ਜਾਂਕੇ, ਜਿਹਦੇ ਜੀਵਨ ਵਿੱਚੋਂ ਭੈ ਖਤਮ ਹੋ ਗਿਆ। ਮੈਂ ਸਹਿਜ ਦੀ ਪਰਿਭਾਸ਼ਾ ਦੇ ਰਿਹਾ ਜੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਪਾਵਨ ਗੁਰਬਾਣੀ ਵਿੱਚ ਦੇ ਰਹੇ। ਅਸੀਂ ਤੇ ਪਲ ਪਲ ਤੇ ਡੋਲਦੇ ਹਾਂ। ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੈ, ਕਿਉਂਕਿ ਅਸੀਂ ਸਿਰਫ ਮਾਇਆ ਦੇ ਘੇਰੇ ਵਿੱਚ ਹਾਂ, ਲਾਲਚ ਦੇ ਘੇਰੇ ਦੇ ਵਿੱਚ ਹਾਂ। ਅਸੀਂ ਸਾਰੀ ਜ਼ਿੰਦਗੀ ਲਾਲਚ ਵਿੱਚ ਬਤੀਤ ਕੀਤੀ ਹੈ। ਬਸ ਆਪਣੇ ਲਾਲਚ ਨੂੰ ਰਜਾਉਣ ਵਾਸਤੇ, ਆਪਣੇ ਲੋਭ ਨੂੰ ਰਜਾਉਣ ਵਾਸਤੇ ਸਾਨੂੰ ਨਿੱਕਿਆਂ ਹੁੰਦਿਆਂ ਸਕੂਲਾਂ ਦੇ ਵਿੱਚ ਗ੍ਰੀਡੀ ਡੌਗ ਦੀਆਂ ਸਟੋਰੀਆਂ ਪੜ੍ਹਾਈਆਂ ਗਈਆਂ। ਅਸੀਂ ਪੜ੍ਹੀਆਂ ਵੀ, ਪੇਪਰ ਵੀ ਦਿੱਤੇ, ਯਾਦ ਵੀ ਕੀਤੇ ਕਿ ਲਾਲਚੀ ਕੁੱਤੇ ਦੀ, ਗ੍ਰੀਡੀ ਡੌਗ ਦੀ ਕਹਾਣੀ ਕੀ ਹੈ, ਪਰ ਸਾਡੇ ਜੀਵਨ 'ਚ ਨਹੀਂ ਵਸੀ। ਅਸੀਂ ਵੱਡੇ ਹੋਏ, ਸਾਡੀ ਜ਼ਿੰਦਗੀ ਤੁਰੀ, ਅਸੀਂ ਉਵੇਂ ਹੀ ਗਰੀਡ ਦੇ ਵਿੱਚ ਰਹੇ। ਉਹੀ ਗਰੀਡ ਅੱਜ ਤੱਕ ਸਾਡੇ ਅੰਦਰ ਚੱਲ ਰਹੀ ਹੈ। ਉਵੇਂ ਹੀ ਅਸੀਂ ਗਰੀਡ ਦੇ ਵਿੱਚ ਹਾਂ, ਉਹੀ ਲਾਲਚ ਵਿੱਚ ਹਾਂ, ਉਹੀ ਲੋਭ ਦੇ ਵਿੱਚ ਹਾਂ। ਜਿਹੜੀ ਗ੍ਰੀਡੀ ਡੌਗ ਦੀ ਸਟੋਰੀ ਅਸੀਂ ਬਚਪਨ 'ਚ ਪੜ੍ਹੀ ਸੀ, ਆਪਣੇ ਬੱਚਿਆਂ ਨੂੰ ਵੀ ਅੱਗੇ ਪੜ੍ਹਾ ਰਹੇ ਹਾਂ ਕਿ ਲੋਭੀ ਦਾ, ਲਾਲਚੀ ਦਾ ਹਾਲ ਕੀ ਹੁੰਦਾ ਹੈ। ਪਰ ਇਹ ਸਭ ਕੁਝ ਜਾਣ ਕੇ ਵੀ ਅਸੀਂ ਲਾਲਚ ਕਰ ਰਹੇ ਹਾਂ। ਫਿਰ ਅਸੀਂ ਕਿੱਥੋਂ ਸਹਿਜ ਵਿੱਚ ਜਾਵਾਂਗੇ? ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਆਤਮਾ ਨਿਤ ਡੋਲਦੀ ਹੈ। ਅਸੀਂ ਵਾਅਦਿਆਂ ਤੋਂ ਮੁੱਕਰਦੇ ਹਾਂ, ਬਚਨਾਂ ਤੋਂ ਮੁੱਕਰਦੇ ਹਾਂ, ਬੋਲਾਂ ਤੋਂ ਮੁੱਕਰਦੇ ਹਾਂ, ਜ਼ਿੰਦਗੀ ਵਿੱਚ ਸ਼ੁਭ ਗੁਣਾਂ ਤੋਂ ਮੁੱਕਰਦੇ ਹਾਂ। ਤਾਂ ਇਹ ਸਹਿਜ ਨਹੀਂ ਹੈ। ਸਹਿਜ ਇਹ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ। ਉਹਨੂੰ ਨਾ ਕੋਈ ਦੁਨੀਆ ਦੇ ਸੁੱਖ ਡਲਾ ਸਕਣ, ਨਾ ਕੋਈ ਦੁਨੀਆ ਦੇ ਮੋਹ ਲਾਲਚ ਜਿਹੜੇ ਨੇ, ਮੋਹ ਦੀ ਪੀੜਾ ਉਹਨੂੰ ਡਲਾ ਸਕੇ। ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਉਹਦੇ 4 ਸਾਲ ਦੇ ਪੁੱਤਰ ਅਜੈ ਸਿੰਘ ਦਾ ਕਲੇਜਾ ਤੁੰਨ ਦਿੱਤਾ ਗਿਆ, ਡੋਲਿਆ ਨਹੀਂ ਗੁਰੂ ਦਾ ਲਾਲ। ਇਹ ਆ ਸਹਿਜ। ਐਸੀ ਅਵਸਥਾ ਦੇ ਵਿੱਚ ਸਹਿਜ ਜਿੱਥੇ ਕੋਈ ਦੁਨੀਆ ਦੀ ਤਾਕਤ ਨਾ ਡਲਾ ਸਕੇ। ਭੈ ਨਹੀਂ ਜਾਂਕੈ, ਕੋਈ ਡਰ ਵਿੱਚ, ਜੀਵਨ ਵਿੱਚ ਡਰ ਨਹੀਂ, ਕਿਸੇ ਦਾ ਕੋਈ ਡਰ ਭੈ ਨਹੀਂ। ਕੰਚਨ ਮਾਟੀ ਮਾਨੇ, ਸੋਨਾ ਵੀ ਮਿੱਟੀ ਲੱਗਦਾ। ਸੋਨੇ ਦੇ ਲਾਲਚ, ਸੋਨਾ ਵੀ ਅੱਖਾਂ ਦੇ ਸਾਹਮਣੇ ਫਿਰ ਗੁਰੂ ਦੇ ਅੱਗੇ ਮਿੱਟੀ ਲੱਗਦਾ ਹੈ, ਕਿਉਂਕਿ ਗੁਰੂ ਦਾ ਸਿਧਾਂਤ ਪਹਿਲਾਂ ਹੈ, ਹੋਰ ਕੋਈ ਲਾਲਚ ਨਹੀਂ। ਇਹਨੂੰ ਕਹਿੰਦੇ ਸਹਿਜ। ਹੁਣ ਇਹ ਸਹਿਜ ਕੇਵਲ ਗੱਲਾਂ ਬਾਤੀ ਨਹੀਂ ਜੇ ਹੋਣਾ। ਜੇ ਅਸੀਂ ਆਖੀਏ ਕਿ ਬਈ ਗੱਲਾਂ ਬਾਤਾਂ ਦੇ ਨਾਲ ਅਸੀਂ ਸਹਿਜ ਨੂੰ ਪਾ ਲਿਆ, ਸਹਿਜ ਇੱਕ ਪ੍ਰਕਿਰਿਆ ਹੈ, ਇੱਕ ਜੀਵਨ ਦੀ ਪੂਰੀ ਥਿਊਰੀ ਹੈ, ਇੱਕ ਪੂਰਾ ਐਕਸਪੀਰੀਅੰਸ ਹੈ, ਇੱਕ ਐਕਸਪੈਰੀਮੈਂਟ ਆ ਜੋ ਅਸੀਂ ਆਪਣੀ ਲਾਈਫ ਦੇ ਵਿੱਚ ਕਰਨਾ ਹੈ। ਤੇ ਉਹ ਐਕਸਪੀਰੀਅੰਸ ਕਿੰਨੇ ਕਰਾਉਣਾ ਹੈ, ਉਹ ਐਕਸਪੈਰੀਮੈਂਟ ਕਿੰਨੇ ਕਰਾਉਣਾ ਹੈ? ਗੁਰੂ ਰੂਪੀ ਟੀਚਰ ਨੇ। ਹੁਣ ਗੁਰੂ ਕੌਣ ਆ ਸਾਡਾ? ਸਾਹਿਬ ਗੁਰੂ ਗ੍ਰੰਥ ਸਾਹਿਬ। ਤੋਂ ਸਾਹਿਬ ਜੀ ਕਹਿੰਦੇ, ਭਾਈ ਰੇ ਗੁਰਬਿਨ ਸਹਿਜ ਨਾ ਹੋਏ। ਹੇ ਮੇਰੇ ਵੀਰ, ਇਹ ਗੱਲ ਚੇਤੇ ਰੱਖੀ, ਜੇ ਤੂੰ ਆਪਣੇ ਜੀਵਨ ਵਿੱਚ ਆਪਣੀ ਆਤਮਾ ਨੂੰ ਅਡੋਲ ਕਰਨਾ ਚਾਹੁੰਦਾ ਕਿ ਇਹ ਦੁਨੀਆ ਦੀ ਕੋਈ ਤਾਕਤ ਇਹਨੂੰ ਡਲਾ ਨਾ ਸਕੇ, ਤੇ ਫਿਰ ਇੱਕ ਹੀ ਤਰੀਕਾ ਹੈ ਗੁਰੂ ਦੇ ਰਸਤੇ ਤੇ ਚੱਲਣ ਦਾ। ਗੁਰਬਿਨ ਸਹਿਜ ਨਾ ਹੋਏ। ਗੁਰੂ ਦੀ ਮੱਤ ਤੇ ਤੁਰਨ ਤੋਂ ਬਿਨਾਂ, ਗੁਰੂ ਦੀ ਰਜ਼ਾ ਦੇ ਵਿੱਚ ਚੱਲਣ ਤੋਂ ਬਿਨਾਂ, ਗੁਰੂ ਦੇ ਭਾਣੇ ਵਿੱਚ ਚੱਲਣ ਤੋਂ ਬਿਨਾਂ, ਉਹਦੇ ਹੁਕਮ ਨੂੰ ਸਵੀਕਾਰ ਕਰਨ ਤੋਂ ਬਿਨਾਂ ਇਹ ਸਹਿਜ ਨਹੀਂ ਹੋਣਾ। ਸਾਡੀ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਪਤਾ ਕਿਉਂ ਹੈ? ਸਾਡਾ ਮਨ ਬਾਰ-ਬਾਰ ਡੋਲਦਾ ਹੈ। ਡੋਲਣਾ ਹੀ ਨੈਗੇਟਿਵਿਟੀ ਦੀ ਨਿਸ਼ਾਨੀ ਹੈ। ਸਾਡੇ ਫੈਸਲਿਆਂ ਦੇ ਵਿੱਚ ਬਹੁਤ ਕੁਝ ਅਸੀਂ ਫੈਸਲਿਆਂ ਤੋਂ ਡੋਲਦੇ ਹਾਂ, ਕਿਉਂਕਿ ਅਸੀਂ ਨੈਗੇਟਿਵ ਹਾਂ। ਸਾਡੀ ਸੋਚ ਨੈਗੇਟਿਵ ਚੱਲਦੀ ਹੈ। ਜਦ ਤੱਕ ਅਸੀਂ ਪੋਜ਼ਿਟਿਵ ਕਦੋਂ ਹੋਵਾਂਗੇ? ਪੋਜ਼ਿਟਿਵ ਉਦੋਂ ਹੋਵਾਂਗੇ ਜਦੋਂ ਸਵੇਰੇ ਉੱਠਾਂਗੇ। ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਅਸੀਂ ਆਪਣੇ ਜ਼ਿਹਨ ਦੇ ਵਿੱਚ ਪ੍ਰੇਅਰ ਕੀ ਹੈ, ਨਿਤਨੇਮ ਕੀ ਹੈ, ਅਰਦਾਸ ਕੀ ਹੈ, ਇੱਕ ਪੋਜ਼ਿਟਿਵ ਥਿੰਕਿੰਗ ਮਨ ਦੇ ਵਿੱਚ, ਦਿਮਾਗ ਦੇ ਵਿੱਚ ਲੈ ਕੇ ਆਉਣੀ ਹੈ। ਮਨ ਨੂੰ ਇਹ ਸਮਝਾਉਣਾ ਹੈ, ਦਿਮਾਗ ਨੂੰ ਇਹ ਸਮਝਾਉਣਾ ਹੈ, ਦੁਨੀਆ ਦੀ ਕੋਈ ਐਸੀ ਸ਼ਕਤੀ ਨਹੀਂ ਜਿਹੜੀ ਮੈਂ ਨਾ ਪ੍ਰਾਪਤ ਕਰ ਸਕਾਂ। ਮੈਨੂੰ ਕੋਈ ਦੁਨੀਆ ਦੀ ਤਾਕਤ ਡਲਾ ਨਹੀਂ ਸਕਦੀ ਆਪਣੀ ਮੰਜ਼ਿਲ ਤੋਂ। ਮੇਰਾ ਇੱਕ ਗੋਲ ਹੈ ਮੇਰੇ ਜੀਵਨ ਦਾ, ਮੇਰੇ ਜੀਵਨ ਦੀ ਇੱਕ ਮੰਜ਼ਿਲ ਹੈ। ਤੇ ਸਿੱਖ ਦੇ ਜੀਵਨ ਦਾ ਗੋਲ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਪਰਮਾਤਮਾ ਦੇ ਵਿੱਚ ਅਪੇਦ ਹੋ ਜਾਵੇ। ਇਹ ਜੀਵਨ ਦਾ ਗੋਲ ਹੈ। ਜੀਵਨ ਦਾ ਇਹ ਗੋਲ ਨਹੀਂ ਕਿ ਮੈਂ ਕਿੰਨੀਆਂ ਕੋਠੀਆਂ ਬਣਾਉਣੀਆਂ ਨੇ, ਮੈਂ ਕਿੰਨਾ ਵੱਡਾ ਧਨਾੜ ਬਣਨਾ ਹੈ। ਇਹ ਤੇ ਆਮ ਜੀਆਂ ਗੱਲਾਂ ਨੇ। ਜੀਵਨ ਦਾ ਗੋਲ ਹੈ ਕਿ ਮੈਂ ਇੱਕ ਚੰਗਾ ਇਨਸਾਨ ਬਣਨਾ ਹੈ, ਇੱਕ ਚੰਗਾ ਯੋਧਾ ਬਣਨਾ ਹੈ, ਬਹਾਦਰ ਸੂਰਮਾ ਗੁਰੂ ਦਾ ਬਣਨਾ ਹੈ, ਤਾਂ ਕਿ ਮੇਰੇ ਸਤਿਗੁਰ ਦਾ ਹੁਕਮ ਤੇ ਮੈਂ ਚੱਲਾਂ ਤੇ ਮੈਂ ਕਹਿ ਸਕਾਂ, ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦਮਾਲੜਾ। ਮੈਂ ਆਪਣੇ ਸਾਈਂ ਦਾ ਬੱਚਾ ਵਾਂ ਤੇ ਮੇਰਾ ਸਾਈਂ ਮੇਰੇ ਨਾਲ ਆ, ਮੇਰਾ ਪਰਮਾਤਮਾ ਮੇਰੇ ਨਾਲ ਆ।
ਭਾਈ ਰੇ ਗੁਰਬਿਨ ਸਹਿਜ ਨਾ ਹੋਏ। ਸਾਹਿਬ ਕਹਿੰਦੇ ਹੇ ਮੇਰੇ ਵੀਰ, ਗੁਰੂ ਦੀ ਮੱਤ ਤੋਂ ਚੱਲਣ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਹੁਕਮ ਤੋਂ ਬਿਨਾਂ ਆਤਮਿਕ ਅਡੋਲਤਾ ਜੀਵਨ ਵਿੱਚ ਪੈਦਾ ਨਹੀਂ ਹੋ ਸਕਦੀ। ਜੀਵਨ ਪੋਜ਼ਿਟਿਵ ਨਹੀਂ ਹੋ ਸਕਦਾ। ਗੁਰੂ ਦੀ ਬਾਣੀ ਤੇ ਚੱਲ ਕੇ ਹੀ ਇਹ ਆਤਮਾ ਅਡੋਲ ਹੁੰਦੀ ਹੈ। ਅਗਲੀ ਗੱਲ ਹੈ, ਸ਼ਬਦੈ ਹੀ ਤੇ ਸਹਿਜ ਉਪਜੈ, ਹਰ ਪਾਇਆ ਸੱਚ ਸੋਏ। ਸ਼ਬਦ ਹੈ ਹੀ ਤੇ ਸਹਿਜ ਉਪਜੇ। ਪਹਿਲੀ ਗੱਲ ਗੁਰੂ, ਦੂਸਰਾ ਗੁਰੂ ਦਾ ਸ਼ਬਦ। ਗੁਰੂ ਦੇ ਸ਼ਬਦ ਦੀ ਵਿਚਾਰ ਕੀਤੇ ਆ, ਗੁਰੂ ਦੇ ਸ਼ਬਦ ਦੀ ਵਿਚਾਰ ਕੀਤੇ ਆ, ਜਿਵੇਂ ਆਪਾਂ ਰੋਜ਼ ਕਰਦੇ ਹਾਂ। ਸ਼ਬਦ ਸਾਨੂੰ ਚੰਗੇ ਗੁਣਾਂ ਵੱਲ ਲੈ ਕੇ ਜਾਂਦਾ ਹੈ। ਗੁਰੂ ਦੀ ਮੱਤ ਸਾਨੂੰ ਚੰਗੇ ਗੁਣਾਂ ਵੱਲ ਲੈ ਕੇ ਜਾਂਦੀ ਹੈ। ਇਹੀ ਗੁਰੂ ਦੇ ਸ਼ਬਦ ਸਾਡੇ ਅੰਦਰ ਦ੍ਰਿੜਤਾ ਪੈਦਾ ਕਰਦੇ ਆ। ਹੁਣ ਜਦੋਂ ਸਾਨੂੰ ਕੋਈ ਸਾਖੀ ਸੁਣਾਉਂਦਾ ਛੋਟੇ ਸਾਹਿਬਜ਼ਾਦਿਆਂ ਦੀ, ਕਿ ਦੇਖੋ ਵਜ਼ੀਦ ਖਾਨ ਦੀ ਕਚਹਿਰੀ ਦੇ ਵਿੱਚ ਉਹ ਦੋ ਗੁਰੂ ਦੇ ਲਾਲਾਂ ਨੇ, ਸਾਰੇ ਬੰਨੇ ਉਹਨਾਂ ਦੇ ਨਾਲ ਨਫ਼ਰਤ ਕਰਨ ਵਾਲੇ ਲੋਕ ਸਨ ਉਸ ਕਚਹਿਰੀ ਦੇ ਵਿੱਚ, ਪਰ ਉਹ ਦੋ ਲਾਲ ਡੋਲੇ ਨਹੀਂ, ਨੀਆਂ ਦੇ ਵਿੱਚ ਡਟੇ ਰਹੇ। ਹੁਣ ਇਹ ਸ਼ਬਦ, ਜਿਹੜੀ ਇਹ ਸਾਖੀ ਹੈ, ਸਾਨੂੰ ਕੀ ਸਿਖਾਉਂਦੀ ਹੈ? ਦ੍ਰਿੜਤਾ ਸਿਖਾਉਂਦੀ ਹੈ, ਅਡੋਲਤਾ ਸਿਖਾਉਂਦੀ ਹੈ। ਉਹ ਯਾਦ ਸਾਡੇ ਅੰਦਰ ਇਹ ਭਾਵਨਾ ਪੈਦਾ ਕਰਦੀ ਹੈ, ਸਿੱਖਾ ਦੁਨੀਆ ਦੀ ਕੋਈ ਵੀ ਵੱਡੇ ਤੋਂ ਵੱਡਾ ਜ਼ੁਲਮ ਹੋਵੇ, ਤੂੰ ਉਹਨਾਂ ਅੱਗੇ ਝੁਕਣਾ ਨਹੀਂ, ਉਹਨਾਂ ਅੱਗੇ ਡੋਲਣਾ ਨਹੀਂ, ਸੱਚ ਨਾਲ ਖੜਨਾ ਹੈ। ਹੁਣ ਇਹ ਸ਼ਬਦ ਇਵੇਂ ਗੁਰੂ ਦਾ ਸ਼ਬਦ ਹੈ, ਗੁਰੂ ਦਾ ਮੱਤ ਹੈ, ਗੁਰੂ ਦਾ ਗਿਆਨ ਆ, ਜਿਹੜਾ ਸਾਨੂੰ ਇਹ ਸਮਝਾਉਂਦਾ ਹੈ ਹਰ ਵੇਲੇ ਉਸ ਪ੍ਰਸਥਿਤੀ ਦੇ ਵਿੱਚ, ਜਦੋਂ ਅਸੀਂ ਦੁੱਖ ਵਿੱਚ ਹੁੰਦੇ ਹਾਂ, ਜਾਂ ਅਸੀਂ ਕਿਤੇ ਡੋਲਣ ਲੱਗਦੇ ਹਾਂ, ਜਾਂ ਸਾਡਾ ਮਨ ਕਿਤੇ ਡੋਲਣ ਲੱਗਦਾ ਹੈ, ਉਸ ਵਕਤ ਜੇ ਕੋਈ ਸਹਾਰਾ ਹੈ ਤੇ ਉਹ ਗੁਰੂ ਸ਼ਬਦ ਹੈ, ਜੋ ਸਾਡਾ ਸਹਾਇਕ ਬਣ ਕੇ, ਸਾਡਾ ਮਿੱਤਰ ਬਣ ਕੇ, ਸਾਡਾ ਸਹਾਰਾ ਬਣ ਕੇ ਸਾਨੂੰ ਉਸ ਫੈਸਲੇ ਤੋਂ ਡੋਲਣ ਤੋਂ ਰੋਕਦਾ ਹੈ। ਜਿਵੇਂ ਭਾਈ ਲਕਸ਼ਮਣ ਸਿੰਘ ਧਾਰੂਵਾਲੀਆ ਜੀ, ਫੈਸਲਾ ਗੁਰੂ ਦੇ ਹੁਕਮ ਦਾ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਫੈਸਲਾ ਗੁਰੂ ਦੇ ਹੁਕਮ ਦਾ ਹੈ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਿ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿਜ ਅਗਨੀ ਆਪ ਜਲਾਈ। ਤੇ ਉਸ ਗੁਰੂ ਦੇ ਲਾਲ ਨੂੰ ਭਾਵੇਂ ਜਿਉਂਦਿਆਂ ਲਕਸ਼ਮਣ ਸਿੰਘ ਧਾਰੋਵਾਲੀ ਨੂੰ ਜੜ ਨਾ ਬਣ ਕੇ ਸਾੜ ਦਿੱਤਾ, ਪਰ ਉਹ ਗੁਰੂ ਦਾ ਸਿੱਖ ਡੋਲਿਆ ਨਹੀਂ। ਗੁਰੂ ਦਾ ਸਿੱਖ ਆਪਣੇ ਸਿਧਾਂਤਾਂ ਤੋਂ ਡੋਲਿਆ ਨਹੀਂ। ਇਹ ਹੈ ਸ਼ਬਦ, ਇਹ ਹੈ ਸ਼ਬਦ ਦੀ ਗੁਰਬਾਣੀ ਦੀ ਕਲਾ। ਜਿਹਦੇ ਜੀਵਨ ਵਿੱਚ ਗੁਰਬਾਣੀ ਵਸ ਜਾਂਦੀ ਹੈ, ਗੁਰਬਾਣੀ ਅਡੋਲ ਕਰ ਦਿੰਦੀ ਹੈ। ਗੁਰੂ ਦਾ ਸ਼ਬਦ ਚੜ੍ਹਦੀ ਕਲਾ 'ਚ ਲੈ ਜਾਂਦਾ ਹੈ, ਨੈਗੇਟਿਵਿਟੀ ਖਤਮ ਕਰ ਦਿੰਦਾ ਹੈ। ਸ਼ਬਦ ਹੈ ਹੀ ਤੇ ਸਹਿਜ ਉਪਜੇ। ਸ਼ਬਦ ਦੇ ਵਿੱਚੋਂ ਹੀ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਮਨ ਦੀ ਸ਼ਾਂਤੀ ਮਿਲਦੀ ਹੈ, ਆਤਮਿਕ ਅਡੋਲਤਾ ਮਿਲਦੀ ਹੈ, ਤੇ ਹਰ ਪਾਇਆ ਸੱਚ ਸੋਏ। ਤੇ ਸਦਾ ਅਟਲ ਰਹਿਣ ਵਾਲਾ, ਥਿਰ ਰਹਿਣ ਵਾਲਾ ਪਰਮਾਤਮਾ ਨਿਰੰਕਾਰ ਜੀਵਨ ਵਿੱਚ ਆ ਮਿਲਦਾ ਹੈ, ਜੀਵਨ ਨਿਰਮਲ ਹੋ ਜਾਂਦਾ ਹੈ। ਇਹ ਹੈ ਰਾਹਉ ਦਾ ਬੰਦ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸ਼੍ਰੀ ਰਾਗ ਮਹੱਲਾ ਤੀਜਾ। ਸਹਿਜੈ ਨੌ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਸਭ ਕਹਿੰਦੇ ਜਿਤਨਾ ਸੰਸਾਰ ਆ ਨਾ, ਸਾਰੀ ਦੀ ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਦੇ ਵਾਸਤੇ ਭਟਕਦੀ ਫਿਰਦੀ ਹੈ, ਮਨ ਦੀ ਸ਼ਾਂਤੀ ਦੀ ਤਲਾਸ਼ ਹੋ ਰਹੀ ਹੈ। ਹਰ ਕੋਈ ਚਾਹੁੰਦਾ ਮੈਨੂੰ ਪੀਸ ਆਫ ਮਾਈਂਡ ਚਾਹੀਦਾ ਹੈ, ਹਰ ਕੋਈ ਸ਼ਾਂਤੀ ਦੀ ਤਲਾਸ਼ ਵਿੱਚ ਹੈ, ਹਰ ਕੋਈ ਚਾਹੁੰਦਾ ਮੇਰੇ ਜੀਵਨ ਦੇ ਵਿੱਚ ਮੇਰੀ ਆਤਮਾ ਅਡੋਲ ਹੋ ਜਾਵੇ, ਇਹ ਡੋਲੇ ਨਾ। ਹਰ ਕੋਈ ਲੋਚਦਾ ਹੈ। ਅੱਜ ਜਿਤਨੇ ਧਾਰਮਿਕ ਕਰਮ ਕਾਂਡ ਕੀਤੇ ਜਾ ਰਹੇ ਨੇ, ਅੱਜ ਜਿਤਨਾ ਤੀਰਥਾਂ ਤੇ ਨਹਾਇਆ ਜਾ ਰਿਹਾ, ਦਾਨ ਪੁੰਨ ਕੀਤਾ ਜਾ ਰਿਹਾ, ਕਾਹਦੇ ਵਾਸਤੇ? ਪੀਸ ਆਫ ਮਾਈਂਡ ਵਾਸਤੇ, ਮਨ ਦੀ ਸ਼ਾਂਤੀ ਵਾਸਤੇ। ਮਨੁੱਖ ਪਹਾੜਾਂ, ਮਾਊਂਟੇਨਰਸ ਦੇ ਵਿੱਚ, ਪਹਾੜਾਂ ਦੇ ਵਿੱਚ ਜਾਂਦਾ ਹੈ, ਕਾਹਦੇ ਵਾਸਤੇ ਜਾਂਦਾ? ਮੈਂ 2 ਪਲ ਮਨ ਦੀ ਸ਼ਾਂਤੀ ਲੈ ਸਕਾਂ, ਮੇਰੀ ਆਤਮਾ ਅਡੋਲ ਹੋ ਸਕੇ। ਆ ਜਿਹੜੇ ਮੇਰੇ ਜੀਵਨ ਦੇ ਵਿੱਚ ਨਿਤ ਵਿਕਾਰ ਆ ਕੇ ਮੈਨੂੰ ਡੋਲਦੇ ਨੇ, ਮੇਰੇ ਤੋਂ ਬਚ ਸਕਾਂ। ਪਰ ਸਾਹਿਬ ਕਹਿੰਦੇ ਬਿਨ ਗੁਰ ਪਾਇਆ ਨਾ ਜਾਏ। ਜਿੰਨਾ ਮਰਜ਼ੀ ਤੁਸੀਂ ਕਰਮ ਕਾਂਡ ਕਰੀ ਜਾਓ, ਬਾਹਰ ਦੇ ਪਖੰਡ ਕਰੀ ਜਾਓ, ਗੁਰੂ ਦੀ ਮੱਤ ਉੱਤੇ ਚੱਲਣ ਤੋਂ ਬਿਨਾਂ ਇਹ ਸਹਿਜ ਨਹੀਂ ਮਿਲ ਸਕਦਾ। ਪੜ ਪੜ ਪੰਡਤ ਜੋਤ ਕੀ ਥਕੇ, ਭੇਖੀ ਭਰਮ ਭੁਲਾਏ। ਪੰਡਤ ਦਾ ਅਰਥ ਹੁੰਦਾ ਵਿਦਵਾਨ। ਪੰਡਤ ਇੱਥੇ ਬੋਧੀ ਵਾਲੇ ਪੰਡਤ ਦੀ ਗੱਲ ਨਹੀਂ, ਪੰਡਤ ਦਾ ਵਿਦਵਾਨ, ਆਪਣੇ ਆਪ ਨੂੰ ਧੁਅੰਤਰ ਕਹਿਣ ਵਾਲਾ। ਜੋਤਕੀ ਦਾ ਅਰਥ ਹੈ ਜੋਤਸ਼ੀ। ਸਭ ਕਹਿੰਦੇ ਪੰਡਤ ਜੋਤਸ਼ੀ ਦੇ ਸ਼ਾਸਤਰਿਕ, ਅਸ਼ਾਸਤਰ ਆਦਿਕ ਧਾਰਮਿਕ ਪੁਸਤਕਾਂ ਦੇ ਬਹੁਤ ਵੱਡੇ ਵਿਦਵਾਨ, ਤਮਾਮ ਧਾਰਮਿਕ ਪੁਸਤਕਾਂ ਦੇ ਖੋਜੀ,
बहुत ਗਿਆਨਵਾਨ ਸਮਝਦਾਰ। ਸਾਹਿਬ ਕਹਿੰਦੇ ਕੀ ਹੋਇਆ, ਪੜ੍ਹ ਪੜ੍ਹ ਕੇ ਥੱਕ ਗਏ, ਇੰਨੀਆਂ ਕਿਤਾਬਾਂ ਪੜ੍ਹੀਆਂ, ਇੰਨਾ ਜਾਣਿਆ, ਇੰਨਾ ਸਮਝਿਆ, ਪਰ ਹਾਰ ਗਏ, ਕਿਉਂਕਿ ਸਹਿਜ ਅਵਸਥਾ ਪ੍ਰਾਪਤ ਕੇਵਲ ਕਿਤਾਬਾਂ ਦੇ ਪਾਠ ਤੋਂ ਨਹੀਂ ਹੋ ਸਕਦੀ। ਆ ਕੇਵਲ ਪਾਠ ਪੜ੍ਹ ਕੇ ਨਹੀਂ ਹੋ ਸਕਦੀ ਸਹਿਜ ਅਵਸਥਾ, ਇਹ ਤੇ ਜੀਵਨ ਵਿੱਚ ਪ੍ਰੈਕਟੀਕਲ ਕਰਨਾ ਪੈਂਦਾ ਹੈ। ਆ ਸਾਡੀ ਜ਼ਿੰਦਗੀ ਵੀ ਇੱਥੇ ਖਲੋਤੀ ਹੈ। ਅਸੀਂ ਉਦਾਹਰਨਾਂ ਦਿੰਦੇ ਹਾਂ ਪੁਰਾਤਨ ਗੁਰੂ ਦੀਆਂ, ਸਿੱਖਾਂ ਦੀਆਂ, ਭਾਈ ਮਨੀ ਸਿੰਘ ਦੀਆਂ, ਭਾਈ ਮਤੀ ਦਾਸ ਜੀ ਦੀਆਂ, ਭਾਈ ਸਤੀ ਦਾਸ ਜੀ ਦੀਆਂ, ਤੇ ਅਸੀਂ ਫਿਰ ਹੈਰਾਨ ਹੁੰਦੇ ਅੱਜ ਉਹ ਸ਼ਕਤੀ ਕਿਉਂ ਨਹੀਂ, ਕਿਉਂਕਿ ਅੱਜ ਕੇਵਲ ਬਾਣੀ ਅਸੀਂ ਪੜ੍ਹ ਰਹੇ ਹਾਂ, ਵਿਚਾਰ ਨਹੀਂ ਰਹੇ, ਉਹਨੂੰ ਜੀਵਨ ਵਿੱਚ ਫੋਲੋ ਨਹੀਂ ਕਰ ਰਹੇ। ਸਾਡਾ ਵੀ ਹਾਲ ਉਹ ਹੈ, ਵਿਦਵਾਨ ਬਹੁਤ ਬਣ ਗਏ ਆ, ਬੜਾ ਇੱਕ ਦੂਜੇ ਨਾਲ ਸਿਰ ਮਾਰ ਰਹੇ ਆ ਵੀ ਮੈਂ ਜ਼ਿਆਦਾ ਵਿਦਵਾਨ ਹਾਂ, ਉਹ ਕਹਿੰਦਾ ਜ਼ਿਆਦਾ ਮੈਨੂੰ ਆਉਂਦਾ ਹੈ, ਬਹੁਤ ਇਹ ਕੁਝ ਹੋ ਰਿਹਾ ਹੈ। ਪਰ ਸਾਹਿਬ ਕਹਿੰਦੇ ਅੰਦਰ ਸੱਚ ਨਹੀਂ ਹੈ। ਪੜ੍ਹ ਪੜ੍ਹ ਪੰਡਤ, ਪੜ੍ਹ ਪੜ੍ਹ ਪੰਡਤ, ਜੋਤ ਕੀ ਥੱਕੇ ਭੇਖੀ ਭਰਮ ਭੁਲਾਏ। ਕਹਿੰਦੇ ਬੜੇ ਜੋਤਸ਼ੀ ਪੜ੍ਹ ਪੜ੍ਹ ਕੇ, ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਕੇ ਕਹਿੰਦੇ ਰਹੇ, ਪਰ ਸਹਿਜ ਅਵਸਥਾ ਨਹੀਂ ਪ੍ਰਾਪਤ ਕਰ ਸਕੇ। ਤੇ ਸਾਧੂ ਆਦਿਕ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਸਿੱਧ ਸਾਧੂ ਕਹਿਣ ਵਾਲੇ, ਉਹ ਵੀ ਜੰਗਲਾਂ ਦੇ ਵਿੱਚ ਜਾ ਕੇ ਭਟਕਦੇ ਨੇ, ਕਲੰਦਰਾਂ ਵਿੱਚ ਜਾ ਕੇ ਬਹਿੰਦੇ ਨੇ, ਪਰ ਮਨ ਓਨਾ ਹੀ ਅਸ਼ਾਂਤ ਆ, ਓਨਾ ਹੀ ਕ੍ਰੋਧ ਆ, ਓਨਾ ਹੀ ਮਨ ਵਿੱਚ ਬੇਈਮਾਨੀ, ਨਫ਼ਰਤ ਭਰੀ ਹੈ, ਕਿਉਂਕਿ ਸਹਿਜ ਦੀ ਪ੍ਰਾਪਤੀ ਨਹੀਂ ਹੋ ਸਕੀ। ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜ਼ਾਏ। ਗੁਰ ਭੇਟੇ ਦਾ ਅਰਥ ਆ ਗੁਰੂ ਜੀ ਨੂੰ ਮਿਲਿਆ। ਰਜ਼ਾਏ ਦਾ ਅਰਥ ਆ ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਤੁਰਿਆ। ਸਹਿਜ ਪਾਇਆ, ਸੱਚ ਮਿਲਦਾ ਹੈ। ਸਾਹਿਬ ਕਹਿੰਦੇ ਜਿਨ੍ਹਾਂ ਉੱਤੇ ਇਹ ਸਮਝ ਆ ਜਾਂਦੀ ਹੈ, ਜਿਨ੍ਹਾਂ ਨੂੰ ਜੋ ਪਰਮਾਤਮਾ ਦੀ ਰਜ਼ਾ ਦੇ ਵਿੱਚ ਤੁਰਦੇ ਹਨ, ਜੋ ਪਰਮਾਤਮਾ ਦੇ ਹੁਕਮ ਤੇ ਭਾਣੇ ਨੂੰ ਸਵੀਕਾਰ ਕਰ ਲੈਂਦੇ ਹਨ, ਫਿਰ ਉਹਨਾਂ ਨੂੰ ਸੱਚੇ ਗੁਰੂ ਦਾ ਗਿਆਨ ਮਿਲਦਾ ਹੈ। ਉਹ ਗੁਰੂ ਸ਼ਬਦ ਤੋਂ ਗੁਰੂ ਦੀ ਮੱਤ ਲੈਂਦੇ ਨੇ, ਤੇ ਕੀ ਹੁੰਦਾ ਹੈ, ਸਹਿਜ ਪਾਇਆ, ਸਹਿਜ ਅਵਸਥਾ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਭਾਈ ਰੇ ਗੁਰ ਬਿਨ ਸਹਿਜ ਨਾ ਹੋਵੇ। ਹੇ ਭਾਈ, ਗੁਰੂ ਦੀ ਮੱਤ ਤੋਂ ਬਿਨਾਂ, ਗੁਰੂ ਦੀ ਸ਼ਰਨ ਤੋਂ ਬਿਨਾਂ ਮਨੁੱਖ ਦੇ ਅੰਦਰ ਆਤਮਿਕ ਸ਼ਾਂਤੀ ਨਹੀਂ ਆ ਸਕਦੀ, ਆਤਮਿਕ ਅਡੋਲਤਾ ਨਹੀਂ ਆ ਸਕਦੀ। ਸ਼ਬਦ ਹੈ ਹੀ ਤੇ ਸਹਿਜ ਉਪਜੈ, ਹਰ ਪਾਇਆ ਸੱਚ ਸੋਏ। ਕਿਉਂਕਿ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਹੀ ਆਤਮਾ ਅਡੋਲ ਹੁੰਦੀ ਹੈ, ਮਨ ਦੀ ਸ਼ਾਂਤੀ ਮਿਲਦੀ ਹੈ, ਤੇ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਮਿਲ ਜਾਂਦਾ ਹੈ। ਰਹਾਓ ਅੱਗੇ ਪੰਕਤੀਆਂ ਨੇ, ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੈ ਕਥਨੀ ਬਾਦ। ਬੜਾ ਪਿਆਰਾ ਬਚਨ ਹੈ। ਸਭ ਕਹਿੰਦੇ ਜੇ ਤੂੰ ਗਾ ਰਿਹਾ, ਬਹੁਤ ਪਰਮਾਤਮਾ ਦੇ ਗੁਣ ਗਾ ਰਿਹਾ, ਪਰ ਰੋਟੀਆਂ ਕਾਰਨ ਪੂਰੇ ਤਾਲ, ਜੇ ਸਿਰਫ ਰੋਟੀਆਂ ਵਾਸਤੇ ਗਾ ਰਿਹਾ, ਫਿਰ ਜੀਵਨ ਵਿੱਚ ਉਹ ਗਾਇਆ ਹੋਇਆ ਥਾਈ ਨਹੀਂ ਪਵੇਗਾ। ਗਾਵਿਆ ਸੁਣਿਆ, ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਬਾਨੀ। ਸਭੀ ਕਹਿੰਦੇ ਗਾਇਆ ਹੋਇਆ, ਸੁਣਿਆ ਹੋਇਆ ਉਹਨਾਂ ਦਾ ਹੀ ਟਿਕਾਣੇ ਪੈਂਦਾ ਏ ਜੋ ਪ੍ਰਭੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਦੇ ਹਨ। ਪਰ ਜੇ ਕੋਈ ਗਾ ਤੇ ਰਿਹਾ ਹੈ ਪਰ ਮੰਨ ਨਹੀਂ ਰਿਹਾ, ਫਿਰ ਸਾਹਿਬ ਕਹਿੰਦੇ ਐਸਾ ਗਾਵਿਆ ਕਿਸੇ ਕੰਮ ਦਾ ਨਹੀਂ। ਸਹਿਜੇ ਗਾਵਿਆ, ਸੱਚ ਦੇ ਰਸਤੇ ਤੇ ਤੁਰਿਆ, ਸੱਚ ਨੂੰ ਗਾਇਆ, ਪਰਮਾਤਮਾ ਦੇ ਗੁਣਾਂ ਨੂੰ ਗਾਇਆ, ਕੀਰਤਨ ਕਰਨਾ ਤਦੋਂ ਹੀ ਪ੍ਰਵਾਨਿਆ ਜੇ ਆਪਣਾ ਮਨ ਸ਼ਾਂਤ ਹੈ, ਜੇ ਗਾਉਣ ਵਾਲੇ ਦੀ ਮਨ ਦੀ ਸ਼ਾਂਤੀ ਹੈ, ਜੇ ਗਾਉਣ ਵਾਲਾ ਅਡੋਲ ਹੈ। ਤੇ ਜੇ ਗਾਉਣ ਵਾਲਾ ਆਪ ਹੀ ਇੱਕ ਇੱਕ ਰੁਪਈਏ ਦੀ ਆਸ ਰੱਖ ਕੇ ਬੈਠਾ ਹੈ, ਭਟਕਦਾ ਪਿਆ ਉਹਦਾ ਮਨ ਇਹ ਜਿਹੜਾ ਹੈ ਲਾਲਚ ਦੇ ਵਿੱਚ ਹੈ ਵੀ ਮੈਂ ਤਾਂ ਗਾਊਂਗਾ ਜੇ ਮੈਨੂੰ ਇੰਨੇ ਪੈਸੇ ਮਿਲਣਗੇ। ਸਿਰ ਕਹਿੰਦੇ ਸਹਿਜੇ ਗਾਵਿਆ ਥਾਂ ਪਵੈ, ਉਹਨਾਂ ਦਾ ਥਾਂ ਨਹੀਂ ਪੈਂਦਾ। ਗਾਵਿਆ ਉਹਨਾਂ ਦਾ ਥਾਂ ਪੈਂਦਾ ਜੋ ਆਤਮਾ ਨੂੰ ਅਡੋਲ ਕਰਕੇ ਸ਼ਾਂਤੀ ਦੇ ਵਿੱਚ ਬਹਿ ਕੇ ਗੁਰੂ ਦੀ ਗੱਲ ਗਾਉਂਦੇ ਨੇ। ਬਿਨ ਸਹਿਜੈ ਕਥਨੀ ਬਾਦ, ਕਿਉਂਕਿ ਆਤਮਾ ਦੀ ਅਡੋਲਤਾ ਤੋਂ ਬਿਨਾਂ, ਮਨ ਦੀ ਸ਼ਾਂਤੀ ਤੋਂ ਬਿਨਾਂ ਧਾਰਮਿਕ ਗੱਲਾਂ ਕੇਵਲ ਵਿਅਰਥ ਨੇ। ਜੇ ਕੋਈ ਗੱਲਾਂ ਤੇ ਮੂੰਹ ਤੋਂ ਧਰਮ ਦੀਆਂ ਕਰ ਰਿਹਾ ਪਰ ਆਪਣਾ ਉਹਦਾ ਮਨ ਭਟਕਿਆ ਫਿਰਦਾ ਹੈ, ਉਹਦਾ ਮਨ ਆਪਣਾ ਅਸ਼ਾਂਤ ਹੈ, ਉਹ ਦੂਜਿਆਂ ਨੂੰ ਕੀ ਮੱਤ ਦੇਵੇਗਾ। ਸਹਿਜੇ ਹੀ ਭਗਤ ਉਪਜੈ, ਸਹਿਜੇ ਪਿਆਰ ਬੈਰਾਗ। ਸਾਹਿਬ ਕਹਿੰਦੇ ਦਰਅਸਲ ਨਾ ਭਗਤ ਦਾ ਅਰਥ ਹੈ ਭਗਤੀ, ਤੱਤੇ ਨੂੰ ਸਿਆਰੀ ਹੈ। ਕਹਿੰਦੇ ਆਤਮਾ ਦੀ ਸ਼ਾਂਤੀ ਵਿੱਚ ਟਿਕਿਆ ਹੀ, ਆਤਮਾ ਦੀ ਅਡੋਲਤਾ ਵਿੱਚ ਟਿਕਿਆ, ਗੁਰੂ ਦੇ ਸ਼ਬਦ ਵਿੱਚ ਟਿਕਿਆ ਹੀ,
ਜਿਹੜੀ ਹੈ ਭਗਤੀ ਕਰਨ ਨੂੰ ਜੀ ਕਰਦਾ ਹੈ। ਮਨੁੱਖ ਦੇ ਅੰਦਰ ਭਗਤੀ ਦਾ ਜਜ਼ਬਾ, ਪਰਮਾਤਮਾ ਦੇ ਨਾਲ ਪ੍ਰੇਮ ਦਾ ਜਜ਼ਬਾ ਪੈਦਾ ਹੁੰਦਾ ਹੈ। ਸਹਿਜੇ ਪਿਆਰ ਬੈਰਾਗ। ਤੇ ਜਦੋਂ ਮਨ ਸ਼ਾਂਤ ਹੁੰਦਾ ਹੈ ਨਾ, ਉਸ ਸ਼ਾਂਤੀ ਦੇ ਵਿੱਚੋਂ ਹੀ, ਉਸ ਅਡੋਲਤਾ ਦੇ ਵਿੱਚੋਂ ਹੀ ਪਰਮਾਤਮਾ ਦੇ ਨਾਲ ਪਿਆਰ ਬਣਦਾ ਹੈ, ਪਰਮਾਤਮਾ ਦੇ ਨਾਲ ਸਾਂਝ ਬਣਦੀ ਹੈ ਤੇ ਮਾਨਵਤਾ ਵਿੱਚ ਵਸਦਾ ਨਿਰੰਕਾਰ ਨਜ਼ਰ ਆਉਂਦਾ ਹੈ। ਸਹਿਜੈ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੈ ਜੀਵਨ ਬਾਦ। ਸਭ ਕਹਿੰਦੇ ਆਤਮਿਕ ਅਡੋਲਤਾ ਤੋਂ ਹੀ, ਆਤਮਾ ਦੀ ਸ਼ਾਂਤੀ ਤੋਂ ਹੀ ਆਤਮਿਕ ਆਨੰਦ ਮਿਲਦਾ ਹੈ ਤੇ ਮਨੁੱਖ ਦਾ ਰੋਮ ਰੋਮ ਸੁੱਖਾਂ ਦੇ ਨਾਲ, ਪ੍ਰਭੂ ਦੇ ਗਿਆਨ ਨਾਲ ਭਰ ਜਾਂਦਾ ਹੈ। ਬਿਨ ਸਹਿਜੇ ਜੀਵਨ ਬਾਦ। ਤੇ ਆਤਮਿਕ ਅਡੋਲਤਾ ਤੋਂ ਬਿਨਾਂ, ਮਨ ਦੀ ਸ਼ਾਂਤੀ ਤੋਂ ਬਿਨਾਂ ਮਨੁੱਖ ਦੀ ਸਾਰੀ ਜ਼ਿੰਦਗੀ ਵਿਅਰਥ ਭਟਕਦੀ ਰਹਿੰਦੀ ਹੈ। ਸਹਿਜ ਸਲਾਹੀ ਸਦਾ ਸਦਾ, ਸਹਿਜ ਸਮਾਧ ਲਗਾਏ। ਸਲਾਹੀ ਦਾ ਅਰਥ ਹੈ ਸਿਫਤ ਸਲਾਹ ਕਰਨੀ ਪਰਮਾਤਮਾ ਦੀ। ਹੇ ਮੇਰੇ ਵਾਹਿਗੁਰੂ ਜੀ, ਤੂੰ ਰਹਿਮਤ ਕਰੇ, ਤੇਰੇ ਚਰਨਾਂ 'ਚ ਤੁਰਿਆ ਆਤਮਾ ਨੂੰ ਅਡੋਲਤਾ ਮਿਲਦੀ ਹੈ ਜਦੋਂ ਤੇਰੇ ਉੱਤੇ ਭਰੋਸਾ ਵੱਜਦਾ ਹੈ, ਤੇਰੇ ਵਿੱਚ ਪਿਆਰ ਆਉਂਦਾ ਹੈ, ਆਤਮਿਕ ਤੌਰ 'ਤੇ ਸ਼ਾਂਤੀ ਆਉਂਦੀ ਹੈ ਤੇ ਤੇਰੀ ਰਹਿਮਤ ਦੇ ਨਾਲ ਹੀ ਇਹ ਆਤਮਾ ਅਡੋਲ ਹੁੰਦੀ ਹੈ। ਫਿਰ ਡੋਲਦਾ ਨਹੀਂ ਮਨੁੱਖ, ਫਿਰ ਸਮਾਧੀ ਇਹ ਪ੍ਰਮਾਤਮਾ 'ਚ ਹਰ ਵਕਤ ਲੱਗੀ ਰਹਿੰਦੀ ਹੈ। ਹਰ ਵਕਤ ਇਹ ਮਨ ਰੋਮ ਰੋਮ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਰਹਿੰਦਾ ਹੈ। ਸਹਿਜ ਸਮਾਧ ਲਗਾਏ। ਫਿਰ ਮਨੁੱਖ ਤੁਰਦਾ ਫਿਰਦਾ ਸੌਂਦਾ ਉੱਠਦਾ ਵੀ ਪਰਮਾਤਮਾ ਦੀ ਸਮਾਧੀ ਵਿੱਚ, ਉਹਦੇ ਹੁਕਮ ਦੇ ਵਿੱਚ ਹੈ। ਸਹਿਜੇ ਹੀ ਗੁਣ ਉਚਰੈ, ਭਗਤ ਕਰੇ ਲਿਵ ਲਾਏ। ਸਭ ਕਹਿੰਦੇ ਜਿਹੜਾ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ, ਆਤਮਾ ਦੀ ਸ਼ਾਂਤੀ ਵਿੱਚ ਟਿਕ ਕੇ ਪਰਮਾਤਮਾ ਦੇ ਗੁਣ ਗਾਉਂਦਾ ਨਾ ਉਹਦੀ ਰਜ਼ਾ ਵਿੱਚ, ਫਿਰ ਉਹ ਸਦਾ ਵਾਸਤੇ ਪਰਮਾਤਮਾ ਦੇ ਚਰਨਾਂ ਵਿੱਚ ਉਹਦੀ ਸੁਰਤ ਜੁੜੀ ਰਹਿੰਦੀ ਹੈ ਤੇ ਉਹਦਾ ਰੋਮ ਰੋਮ ਅੰਗ ਅੰਗ ਪਰਮਾਤਮਾ ਦੀ ਭਗਤੀ ਕਰਦਾ ਹੈ। ਸ਼ਬਦੇ ਹੀ ਹਰ ਮਨ ਵਸੈ, ਰਸਨਾ ਹਰ ਰਸ ਖਾਏ। ਖਿਮਾ ਕਰਨਾ। ਫਿਰ ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ, ਸ਼ਬਦੇ ਹੀ ਹਰ ਮਨ ਵਸੈ, ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ, ਗੁਰੂ ਦੇ ਸ਼ਬਦ ਤੇ ਤੁਰਿਆ ਹੀ ਪਰਮਾਤਮਾ ਮਨ ਵਿੱਚ ਵਸਦਾ ਹੈ। ਰਸਨਾ ਹਰ ਰਸ ਖਾਏ। ਤੇ ਇਹ ਜੀਵ ਸਦਾ ਵਾਸਤੇ ਫਿਰ ਪਰਮਾਤਮਾ ਦੇ ਸ਼ਬਦ ਦੇ ਵਿੱਚੋਂ, ਗੁਰੂ ਪਰਮਾਤਮਾ ਦੇ ਗੁਣਾਂ ਦੇ ਰਸ ਨੂੰ ਖਾਂਦੀ ਹੈ ਤੇ ਆਨੰਦ ਲੈਂਦੀ ਹੈ, ਸਵਾਦ ਲੈਂਦੀ ਹੈ। ਅਗਲੀਆਂ ਪੰਜ ਬੰਦ ਹੈ। ਸਹਿਜੇ ਕਾਲ ਵਿਡਾਰਿਆ, ਸੱਚ ਸ਼ਰਣਾਈ ਪਾਏ। ਕਾਲ ਦਾ ਅਰਥ ਹੈ ਮੌਤ ਦਾ ਡਰ, ਆਤਮਿਕ ਮੌਤ। ਵਿਡਾਰਿਆ ਦਾ ਅਰਥ ਹੈ ਮਾਰਿਆ। ਸਭ ਕਹਿੰਦੇ ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਵਿੱਚ ਟਿਕ ਜਾਂਦਾ ਨਾ, ਜਦੋਂ ਉਹਦੇ ਹੁਕਮ ਦੇ ਵਿੱਚ ਟਿਕ ਜਾਂਦਾ ਹੈ, ਫਿਰ ਉਹ ਸਦਾ ਵਾਸਤੇ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦਾ ਹੈ। ਫਿਰ ਕੀ ਹੁੰਦਾ ਹੈ, ਉਹਦੇ ਜੀਵਨ ਦੇ ਵਿੱਚੋਂ ਮੌਤ ਦਾ ਡਰ ਮੁੱਕ ਜਾਂਦਾ ਹੈ। ਉਹਨੂੰ ਫਿਰ ਮੌਤ ਸਮਝ ਆ ਜਾਂਦੀ ਹੈ ਕਿ ਮਰਨਾ ਸੱਚ ਹੈ। ਫਿਰ ਕਾਹਤੋਂ ਡਰਾਂ, ਫਿਰ ਉਹ ਸੱਚ ਦੇ ਰਸਤੇ ਤੇ ਤੁਰਦਾ ਹੈ। ਕਿਉਂ ਨਹੀਂ ਅਸੀਂ ਸੱਚ ਬੋਲਦੇ? ਕਿਉਂਕਿ ਸਾਨੂੰ ਇਹ ਡਰ ਰਹਿੰਦਾ ਕੋਈ ਸਾਨੂੰ ਮਾਰ ਨਾ ਦੇਵੇ, ਸਾਡਾ ਕੋਈ ਨੁਕਸਾਨ ਨਾ ਕਰ ਦੇਵੇ। ਪਰ ਜਦੋਂ ਇਹ ਡਰ ਲੱਥ ਜਾਂਦਾ ਹੈ ਨਾ, ਫਿਰ ਮਨੁੱਖ ਸੱਚ ਨਾਲ ਖੜ ਜਾਂਦਾ ਹੈ, ਸੱਚ ਸ਼ਰਣਾਈ ਪਾਏ। ਫਿਰ ਸਦਾ ਵਾਸਤੇ ਉਹਦੇ ਜੀਵਨ ਵਿੱਚੋਂ ਆਤਮਿਕ ਮੌਤ ਖਤਮ ਹੋ ਜਾਂਦੀ ਹੈ ਤੇ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਤੇ ਸਦਾ ਵਾਸਤੇ ਪਰਮਾਤਮਾ ਦੀ ਸ਼ਰਨ ਵਿੱਚ ਟਿਕ ਜਾਂਦਾ ਹੈ। ਸਹਿਜੇ ਹਰ ਨਾਮ ਮਨ ਵਸਿਆ, ਸੱਚੀ ਘਰ ਕਮਾਏ। ਫਿਰ ਸਾਹਿਬ ਕਹਿੰਦੇ ਇਹ ਸਦਾ ਨਾਲ ਨਿਭਣ ਵਾਲੀ ਜਿਹੜੀ ਗੁਰੂ ਦੀ ਸੱਚੀ ਸੁੱਚੀ ਕਿਰਤ ਆ ਨਾ, ਜਿਹੜਾ ਗੁਰਮੁਖ ਗੁਰੂ ਦੇ ਸਨਮੁਖ ਰਹਿ ਕੇ, ਕਰਨੀ ਪ੍ਰਧਾਨ ਹੋ ਕੇ ਆਪਣੇ ਕਰੈਕਟਰ ਨੂੰ ਡਿਵੈਲਪ ਕਰਦਾ ਹੈ, ਕਿਰਦਾਰ ਨੂੰ ਉੱਚਾ ਕਰਦਾ ਹੈ। ਦੇਖੋ ਇੱਥੇ ਮੈਂ 1 ਮਿੰਟ ਇਸ ਕਰਕੇ ਗੱਲ ਕਰ ਰਿਹਾ, ਅਸੀਂ ਭਾਵੇਂ ਜਿੰਨੀ ਮਰਜ਼ੀ ਬਾਣੀ ਪੜ੍ਹੀਏ, ਭਾਵੇਂ ਸਾਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਚੇਤੇ ਹੋਏ, ਪਰ ਜੇ ਸਾਡੇ ਜੀਵਨ ਵਿੱਚੋਂ ਉਹ ਨਜ਼ਰ ਨਹੀਂ ਨਾ ਆਉਂਦਾ, ਫਿਰ ਮਾਫ ਕਰਨਾ ਸਾਡੇ ਵਿੱਚ ਕਮੀ ਹੈ। ਸਾਡੇ ਜੀਵਨ ਦੇ ਵਿੱਚੋਂ ਗੁਰਬਾਣੀ ਨਜ਼ਰ ਆਉਣੀ ਚਾਹੀਦੀ ਹੈ। ਸਾਡੇ ਜੀਵਨ ਵਿੱਚ ਜਿਹੜਾ ਗੁਰੂ ਨਾਨਕ ਦਾ ਸਬਕ ਆ ਨਾ, ਉਹ ਮਾਨਵਤਾ ਦਾ ਸਬਕ ਆ।
ਗੁਰੂ ਨਾਨਕ ਦਾ ਸਿੱਖ ਦੀ ਅੱਖ ਇਹ ਵੇਖਣੀ ਨਹੀਂ ਚਾਹੀਦੀ ਵੀ ਆ ਹਿੰਦੂ ਆ ਮੁਸਲਮਾਨ ਆ ਈਸਾਈ ਆ ਜਾਂ ਆ ਕੌਣ ਆ, ਇਹ ਕਾਲਾ ਵਾ ਇਹ ਗੋਰਾ ਵਾ। ਜੇ ਇਹ ਅੱਖ ਹਜੇ ਵੇਖ ਰਹੀ ਹੈ ਫਿਰ ਕਿਤੇ ਨਾ ਕਿਤੇ ਮੈਲ ਹੈ, ਕਿਉਂਕਿ ਇਹ ਮੈਲ ਹੀ ਲਾਉਣੀ ਹੈ, ਇਹ ਲੱਥਣੀ ਹੈ ਗੁਰੂ ਸ਼ਬਦ ਨਾਲ। ਜਿੱਦਣ ਇਹ ਮੈਲ ਲੱਥਣ ਦੀ ਨਿਸ਼ਾਨੀ ਕਿ ਅੰਦਰੋਂ ਆਵਾਜ਼ ਆਵੇ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਭ ਹਮਕੋ ਬਨਿਆਈ, ਇਹ ਅੰਦਰੋਂ ਆਵਾਜ਼ ਆਉਣੀ ਚਾਹੀਦੀ ਹੈ, ਕੇਵਲ ਲੋਕ ਵਿਖਾਵੇ ਵਾਸਤੇ ਨਹੀਂ। ਮਨ ਇਨ ਬਿਨ ਇੱਕ ਆਵਾਜ਼ ਕੱਢੇ ਮੂੰਹ ਚੋਂ, ਇਹ ਸਭ ਕੁਝ ਪ੍ਰਮਾਤਮਾ ਤੇਰਾ ਰੂਪ ਹੈ, ਹਰ ਚੀਜ਼ ਤੇਰਾ ਸਵਾਰਿਆ ਹੈ। ਕੋਈ ਪੁੱਛੇ ਤੂੰ ਜਾਣਦਾ ਹਿੰਦੂ ਨੂੰ? ਨਹੀਂ ਜੀ ਮੈਂ ਨਹੀਂ ਜਾਣਦਾ, ਮੈਂ ਤੇ ਮਨੁੱਖਤਾ ਨੂੰ ਜਾਣਦਾ, ਮਾਨਵ ਨੂੰ ਜਾਣਦਾ, ਇਨਸਾਨ ਨੂੰ ਜਾਣਦਾ ਵੀ ਆ ਇਨਸਾਨ ਆ, ਬਸ ਮੇਰੀ ਪ੍ਰੈਫਰੈਂਸ ਇਨਸਾਨ ਨੂੰ ਆ। ਇਹ ਜੀਵਨ ਚਾਹੀਦਾ ਹੈ। ਸਹਿਜੇ ਹਰ ਨਾਮ ਮਨ ਵਸਿਆ, ਸਹਿਜੇ ਹੀ ਫਿਰ ਪ੍ਰਮਾਤਮਾ ਦਾ ਹੁਕਮ, ਉਹਦਾ ਨਾਮ ਮਨ ਵਿੱਚ ਵਸ ਜਾਂਦਾ ਹੈ। ਸੱਚੀ ਕਾਰ ਕਮਾਏ ਤੇ ਜੀਵਨ ਸੱਚ ਦੇ ਰਸਤੇ ਤੇ ਤੁਰ ਪੈਂਦਾ ਹੈ। ਸੇ ਵਡ ਭਾਗੀ ਜਿਨੀ ਪਾਇਆ, ਸਹਿਜੇ ਰਹਿ ਸਮਾਏ। ਸਭ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਨਾ, ਉਹਦੇ ਗੁਣ ਪ੍ਰਾਪਤ ਕਰ ਲਏ, ਉਹ ਬੰਦੇ ਬੜੇ ਵੱਡਿਆਂ ਭਾਗਾਂ ਵਾਲੇ ਬਣ ਗਏ ਤੇ ਉਹ ਸਦਾ ਵਾਸਤੇ ਆਤਮਿਕ ਸ਼ਾਂਤੀ ਵਿੱਚ ਟਿਕ ਗਏ, ਪ੍ਰਮਾਤਮਾ ਦੇ ਸ਼ਬਦ ਵਿੱਚ ਲੀਨ ਹੋ ਗਏ। ਅਗਲਾ ਬੰਦ ਸਾਹਿਬ ਜੀ ਕਹਿੰਦੇ, ਇਹ 4 ਨੰਬਰ ਬੰਦ ਤੱਕ ਅੱਜ ਆਪਾਂ ਵਿਚਾਰ ਕੀਤੀ ਹੈ। ਅਗਲੀ ਕਹਾਣੀ ਉਹਨਾਂ ਲੋਕਾਂ ਦੀ ਹੈ ਜੋ ਮਾਇਆ ਵਿੱਚ ਲੀਨ ਰਹਿੰਦੇ ਨੇ, ਉਹਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ, ਕੱਲ ਦੇ ਸਮੇਂ 'ਚ, ਕਿਉਂਕਿ ਸ਼ਬਦ ਬਹੁਤ ਲੰਬੇ ਹੁੰਦੇ ਨੇ ਤੇ ਜੇ ਆਪਾਂ ਸਿੱਖਿਆ ਹੀ ਨਹੀਂ ਇਹਦੇ ਵਿੱਚੋਂ, ਜੇ ਪੜ੍ਹਿਆ ਬਸ ਅਰਥ ਕਰ ਦਿੱਤੇ, ਜਿਵੇਂ ਫਿਰ ਤੇ ਦਰਪਣ ਪੜ੍ਹ ਲਓ ਤੁਸੀਂ ਆਪ ਹੀ ਤੇ ਫਿਰ ਉੱਥੋਂ ਹੀ ਅਰਥ ਸਿੱਧੇ ਕਰ ਲਓ, ਹੈ ਨਾ। ਆਪਾਂ ਤੇ ਸਿੱਖਣਾ ਵਾ ਨਾ ਗੁਰੂ ਦੀ ਗੱਲ ਨੂੰ। ਸੋ ਇਸ ਕਰਕੇ ਮੈਂ ਹੁਣ ਆਪ ਦੀ ਰਜ਼ਾ ਦੇ ਨਾਲ ਜ਼ਰੂਰ ਦੱਸਿਓ ਵੀ ਇਹ ਠੀਕ ਆ ਕਿ ਗਲਤ। ਰਜ਼ਾ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਅੱਧਾ ਬੰਦ, ਪਹਿਲਾਂ 4 ਬੰਦ ਜਿਵੇਂ ਅੱਜ ਕੀਤੇ, 4 ਬੰਦ ਕੱਲ ਕਰੀਏ ਤਾਂ ਕਿ ਸਮਝ ਵੀ ਆਵੇ ਤੇ ਸਾਡਾ ਸਮਾਂ ਵੀ ਜਿਹੜਾ ਹੈ ਉਹ ਘੱਟ ਲੱਗੇ। ਸੋ ਆਸ ਕਰਦਾ ਆਪ ਜੀ ਨੂੰ ਅੱਜ ਦਾ ਵਿਸ਼ਾ ਪਸੰਦ ਆਇਆ ਹੋਵੇਗਾ। ਜ਼ਰੂਰ ਆਪਣੇ ਕਮੈਂਟਸ ਦੇਣੇ, ਜ਼ਰੂਰ ਦੱਸਣਾ ਕਿ ਕਿਵੇਂ ਲੱਗੇ ਅੱਜ ਦੇ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ।